Good morning, students. Our next topic is respiratory volume and capacities. It means that के lungs ਦੀ ਕਿੰਨੀ ਕੁ capacity ਆ 에ਅਰ ਇੰਸਪਾਇਰ ਕਰਨ ਦੀ, ਐਕਸਪਾਇਰ ਕਰਨ ਦੀ ਜਾਂ lungs ਦੇ ਵਿੱਚ ਰੱਖਣ ਦੀ, ਤੇ ਕਿੰਨਾ ਵੋਲਿਊਮ 에ਅਰ ਦਾ ਜਿਹੜਾ ਆ ਉਹ ਉਹਦੇ ਅੰਦਰ ਰਹਿੰਦਾ ਆ, ਕਿੰਨਾ ਬਾਹਰ ਆਉਂਦਾ ਆ. So first we will start from the respiratory volume. First is tidal volume. This is the volume of air inspired or expired during a normal respiration. ਜਦੋਂ ਅਸੀਂ normal respiration ਹੁੰਦੀ ਆ, ਕਿੰਨੀ ਹਵਾ ਸਾਡੇ ਅੰਦਰ ਲੈ ਕੇ ਜਾਂਦੇ ਹਾਂ ਨੋਰਮਲ ਤੇ ਕਿੰਨੀ ਬਾਹਰ ਕੱਢਦੇ ਹਾਂ. ਇਹ ਲਗਭਗ ਪੁੱਤਰ ਜੀ that is approximately 500 ਮਿਲੀਲੀਟਰ ਹੁੰਦੀ ਆ. ਇੱਕ ਹੈਲਦੀ ਮੈਨ ਕੈਨ ਇੰਸਪਾਇਰ ਔਰ ਐਕਸਪਾਇਰ approximately 6000 to 8000 ਮਿਲੀਲੀਟਰ ਆਫ ਏਅਰ ਪਰ ਮਿੰਟ. 1 ਮਿੰਟ ਦੇ ਵਿੱਚ ਅਸੀਂ ਇੰਨੇ ਤੋਂ 6000 ਤੋਂ 8000 ਮਿਲੀਲੀਟਰ ਏਅਰ ਨੂੰ ਇੰਸਪਾਇਰ ਤੇ ਐਕਸਪਾਇਰ ਕਰ ਸਕਦੇ ਹਾਂ. ਦੈਟ ਇਜ਼ ਇਨ ਦਾ ਨੋਰਮਲ, ਜਦੋਂ ਅਸੀਂ ਨੋਰਮਲ ਰੈਸਪੀਰੇਸ਼ਨ ਕਰਦੇ ਹਾਂ. ਸੈਕਿੰਡ ਆ ਗਿਆ ਰੈਸਪੀਰੇਟਰੀ ਰਿਜ਼ਰਵ ਵੋਲਿਊਮ. ਦਿਸ ਇਜ਼ ਦਾ ਐਡੀਸ਼ਨਲ ਵੋਲਿਊਮ ਆਫ ਏਅਰ. ਐਡੀਸ਼ਨਲ ਮੀਨਸ ਜਿੰਨੀ ਨੋਰਮਲ ਜਾ ਰਹੀ ਆ ਉਹਦੇ ਨਾਲ ਅਸੀਂ ਵੱਧ ਤੋਂ ਵੱਧ ਫੋਰਸਫੁਲੀ ਧੱਕੇ ਦੇ ਨਾਲ ਫੋਰਸੇਬਲੀ ਇੰਸਪੀਰੇਸ਼ਨ ਦੁਆਰਾ ਕਿੰਨੀ ਕੁ ਆਕਸੀਜਨ ਅੰਦਰ ਲਿਜਾ ਸਕਦੇ ਹਾਂ, ਕਿੰਨੀ ਕੁ ਏਅਰ ਅੰਦਰ ਲਿਜਾ ਸਕਦੇ ਹਾਂ. ਦਿਸ ਇਜ਼ ਐਵਰੇਜ 2500 ਮਿਲੀਲੀਟਰ ਤੋਂ 3000 ਮਿਲੀਲੀਟਰ. ਠੀਕ ਹੈ, 25 ਤੋਂ ਲੈ ਕੇ 3000 ਮਿਲੀਲੀਟਰ ਤੱਕ ਹੁੰਦੀ ਹੈ. ਦਿਸ ਇਜ਼ ਦਾ ਨੈਕਸਟ ਇਜ਼ inspiratory. Now आ गया expiratory reserve volume, additional volume of air that a person can expire by a forcible expiration. मत means के ਧੱਕੇ ਦੇ ਨਾਲ ਕਿੰਨੀ ਕੁ ਹਵਾ ਅਸੀਂ ਬਾਹਰ ਕੱਢ ਸਕਦੇ ਹਾਂ. ਇਹ 1000 ਮਿਲੀਲੀਟਰ ਤੋਂ 1100 ਮਿਲੀਲੀਟਰ ਤੱਕ ਹੁੰਦੀ ਹੈ. ਧੱਕੇ ਦੇ ਨਾਲ ਇਹ ਹੈਗੀ ਆ ਨੋਰਮਲ ਟਾਈਡਲ ਵੋਲਿਊਮ, ਕਿੰਨੀ ਕੁ ਨੋਰਮਲ ਏਅਰ ਅਸੀਂ ਅੰਦਰ ਲਿਜਾ ਸਕਦੇ ਹਾਂ, ਬਾਹਰ ਕੱਢ ਸਕਦੇ ਹਾਂ. ਇੰਸਪੀਰੇਸ਼ਨਲ ਰਿਜ਼ਰਵ ਵੋਲਿਊਮ ਮੀਨਸ ਧੱਕੇ ਇੰਸਪਾਇਰਡ ਧੱਕੇ ਦੇ ਨਾਲ ਅੰਦਰ ਕਿੰਨੀ ਕੁ ਲਿਜਾ ਸਕਦੇ ਹਾਂ ਫੋਰਸੇਬਲੀ. ਐਕਸਪੀਰੇਸ਼ਨ ਹੁੰਦਾ ਆ ਕਿ ਫੋਰਸੇਬਲੀ ਅਸੀਂ ਕਿੰਨੀ ਕੁ ਏਅਰ ਆ ਜਿਹੜੀ ਬਾਹਰ ਕੱਢ ਸਕਦੇ ਹਾਂ, ਕਿੰਨਾ ਵੋਲਿਊਮ ਆਫ ਏਅਰ. ਨੈਕਸਟ ਇਜ਼ ਕਮ ਟੂ ਯੂਰ ਦਾ residual volume. Residual volume is the volume of air remaining in the lungs even after a forcible expiration. ਫੋਰਸੇਬਲੀ ਐਕਸਪੀਰੇਸ਼ਨ ਹੋਣ ਤੋਂ ਬਾਅਦ ਕਿੰਨੀ ਕੁ ਏਅਰ ਹੈ ਜਿਹੜੀ ਲੰਗਸ ਦੇ ਵਿੱਚ ਪਈ ਰਹਿੰਦੀ ਆ. ਦੈਟ ਇਜ਼ 1100 ਮਿਲੀਲੀਟਰ ਟੂ 1200 ਮਿਲੀਲੀਟਰ. ਸੋ ਥੀਸ ਆਰ ਦਾ ਵੋਲਿਊਮਸ. ਨਾਓ ਵੀ ਸਟਾਰਟ ਫਰੋਮ ਦਾ ਕਪੈਸਿਟੀ. ਇਹ ਕਪੈਸਿਟੀ ਮੀਨਸ ਲੰਗਸ ਦੀ ਕਿੰਨੀ ਕੁ ਕਪੈਸਿਟੀ ਆ, ਤੇ ਦੈਟ ਇਜ਼ ਡਿਫਰੈਂਟ ਪਰਸਨਸ ਦੀ ਡਿਫਰੈਂਟ ਹੁੰਦੀ ਹੈ. ਇੱਥੇ ਐਵਰੇਜ ਦੱਸੀ ਹੋਈ ਆ. Inspiratory capacity. Inspiratory capacity means total volume of air a person can inspire after a normal expiration. Normally ਹਵਾ ਬਾਹਰ ਕੱਢਣ ਤੋਂ ਬਾਅਦ ਕਿੰਨੀ ਕੁ normally ਹਵਾ ਅਸੀਂ ਅੰਦਰ ਲਿਜਾ ਸਕਦੇ ਹਾਂ. Same expiratory capacity ਕੀ ਆ ਕਿ total volume of air a person can expire after a normal inspiration. Normal ਅੰਦਰ ਹਵਾ ਲਿਜਾਣ ਤੋਂ ਬਾਅਦ normal ਅਸੀਂ ਕਿੰਨੀ ਕੁ ਸਾਡੀ capacity ਆ ਕਿ total volume of air ਨੂੰ ਬਾਹਰ ਕੱਢਣ ਦੀ. Next is आ गया functional residue capacity. Volume of air that will remain in the lungs after a normal expiration. Residual volume ਸੀਗਾ volume of air ਕਿੰਨੀ ਕੁ lungs ਦੇ ਵਿੱਚ ਰਹਿੰਦੀ ਆ forcible ਤੋਂ expiration ਤੋਂ. ਇਹ ਹੈਗੀ normal volume of air ਜਿਹੜੀ ਆਪਣੇ lungs ਦੇ ਵਿੱਚ ਰਹਿੰਦੀ ਆ normal expiration ਤੋਂ. ਨੋਰਮਲ ਐਕਸਪੀਰੇਸ਼ਨ ਤੋਂ ਬਾਅਦ ਜਿੰਨੀ ਕੁ ਹਵਾ ਅੰਦਰ ਰਹਿੰਦੀ ਹੈ ਇਹਨੂੰ ਅਸੀਂ ਕਹਿੰਦੇ ਹਾਂ ਏਅਰ ਅੰਦਰ ਰਹਿੰਦੀ ਹੈ ਫੰਕਸ਼ਨਲ ਰੈਜ਼ੀਡਿਊਲ ਵੋਲਿਊਮ. ਰੈਜ਼ੀਡਿਊਲ ਵੋਲਿਊਮ ਹੁੰਦਾ ਫੋਰਸੇਬਲੀ ਐਕਸਪੀਰੇਸ਼ਨ ਤੋਂ ਬਾਅਦ ਕਿੰਨੀ ਕੁ ਏਅਰ ਲੰਗਸ ਦੇ ਵਿੱਚ ਰਹਿੰਦੀ ਹੈ. ਨੈਕਸਟ ਵੀ ਕਮ ਟੂ ਪੁੱਤਰ ਜੀ ਵਾਈਟਲ ਕਪੈਸਿਟੀ. ਮੈਕਸੀਮਮ ਵੋਲਿਊਮ ਆਫ ਏਅਰ ਏ ਪਰਸਨ ਕੈਨ ਬਰੀਥ ਇਨ ਆਫਟਰ ਏ ਫੋਰਸਡ ਐਕਸਪੀਰੇਸ਼ਨ. ਫੋਰਸਡ ਐਕਸਪੀਰੇਸ਼ਨ ਤੋਂ ਬਾਅਦ ਮੀਨਸ ਅਸੀਂ ਜਦੋਂ ਫੋਰਸੇਬਲੀ ਲੰਗਸ ਦੇ ਵਿੱਚੋਂ ਹਵਾ ਬਾਹਰ ਕੱਢਤੀ ਤਾਂ ਅੰਦਰ ਮੈਕਸੀਮਮ ਵੱਧ ਤੋਂ ਵੱਧ ਅਸੀਂ ਕਿੰਨੀ ਲਿਜਾ ਸਕਦੇ ਹਾਂ. ਦਿਸ ਇਜ਼ ਕਾਲਡ ਦਾ ਵਾਈਟਲ ਕਪੈਸਿਟੀ. ਜਿਸ ਤਰ੍ਹਾਂ ਕਿ ਤੁਸੀਂ ਟੋਟਲ ਲੰਗ ਕਪੈਸਿਟੀ ਲੰਗਸ ਦੀ ਟੋਟਲ ਕਪੈਸਿਟੀ ਕਿੰਨੀ ਆ. ਟੋਟਲ ਵੋਲਿਊਮ ਆਫ ਏਅਰ ਅਕਮੋਡੇਟਡ ਇਨ ਦਾ ਲੰਗਸ ਅੰਦਰ ਕਿੰਨਾ ਕੁ ਟੋਟਲ ਵੋਲਿਊਮ ਆਫ ਏਅਰ ਰੱਖ ਸਕਦੇ ਨੇ ਐਟ ਦਾ ਐਂਡ ਆਫ ਫੋਰਸਡ ਇੰਸਪੀਰੇਸ਼ਨ. ਜਦੋਂ ਫੋਰਸੇਬਲੀ ਇੰਸਪਾਇਰ ਕਰ ਰਹੇ ਨੇ ਤਾਂ ਉਹ ਟੋਟਲ ਵੋਲਿਊਮ ਕਿੰਨੀ ਕੁ ਏਅਰ ਉਹਨਾਂ ਦੇ ਅੰਦਰ ਰਹਿ ਸਕਦੀ ਹੈ, ਉਸ ਤੋਂ ਬਾਅਦ ਨਹੀਂ ਰਹਿ ਸਕਦੀ. ਆਈ ਐਮ ਟੇਕਿੰਗ ਦਾ ਐਗਜ਼ਾਮਪਲ ਆਫ ਹੇਅਰ. ਤੁਸੀਂ ਦੇਖਿਆ ਹੋਊਗਾ ਕਿ ਜਿਹੜਾ ਕਪਾਲ ਭਾਤੀ ਆ ਜਿਹਦੇ ਵਿੱਚ ਇੱਕ ਸਾਈਡ ਤੋਂ ਅਸੀਂ ਨੋਜ਼ ਨੂੰ ਕਲੋਜ਼ ਕਰਕੇ ਧੱਕੇ ਦੇ ਨਾਲ ਫੋਰਸੇਬਲੀ ਅੰਦਰ ਲੈ ਕੇ ਜਾਂਦੇ ਹਾਂ ਤੇ ਫੋਰਸੇਬਲੀ
ਬਾਹਰ ਕਰਦੇ ਹਾਂ, ਜਿਹੜੀ ਸਾਡੇ ਲੰਗਸ ਦੀ ਐਕਸਰਸਾਈਜ਼ ਆ ਉਹ ਇਹਦੇ ਨਾਲ ਰਿਲੇਟਡ ਆ।